Good morning, students. Today we discuss about autonomous item and accommodating items in balance of payment. Firstly, autonomous items ਕਿਹੜੀਆਂ ਹੁੰਦੀਆਂ ਆ balance of ਇਹਦੀਆਂ ਕਿਹੜੀ features are. First feature is that the transaction concerning such items have an objective economic objective. ਉਹ ਵਾਲੀਆਂ ਕਹਿੰਦੇ ਟ੍ਰਾਂਜੈਕਸ਼ਨਸ ਆ ਜਿਨ੍ਹਾਂ ਦਾ ਕੋਈ ਇਕਨੋਮਿਕ objective ਹੁੰਦਾ ਆ. It means that transactions concerning such items are carried out to earn profit. ਇਹਦਾ ਮਤਲਬ ਕੀ ਆ ਉਹੀ ਇਕਨੋਮਿਕ objective ਉਹਨਾਂ ਦਾ ਕੀ ਹੋਏਗਾ, profit earn ਕਰਨਾ. The second one, the transactions concerning such items are independent of the balance of payment situation of the country. ਕਹਿੰਦੇ ਉਹ ਜਿਹੜੀਆਂ ਟ੍ਰਾਂਜੈਕਸ਼ਨਸ ਕਰਨੀਆਂ ਆ ਆਪਾਂ ਅਦਲਾ ਬਦਲੀ ਕਰਨੀ ਆ ਜਿਹੜੀਆਂ ਕਿ ਐਕਸਚੇਂਜ ਕਰਨੀਆਂ ਆ ਉਹ ਵਾਲੀਆਂ ਆਈਟਮਸ ਕਿਹੜੀਆਂ ਕੀ ਹੋਣਗੀਆਂ, ਇੰਡੀਪੈਂਡੈਂਟ ਹੋਣਗੀਆਂ, ਕਿਸੇ ਵੀ ਟਰਮ 'ਤੇ ਡਿਪੈਂਡੈਂਟ ਨਹੀਂ ਹੋਣਗੀਆਂ. ਬੈਲੈਂਸ ਆਫ ਪੇਮੈਂਟ ਦੀ ਸਿਚੁਏਸ਼ਨ ਦੇ ਵਿੱਚ ਉਹ ਕੀ ਹੋਣਗੀਆਂ, ਇੰਡੀਪੈਂਡੈਂਟ ਹੋਣਗੀਆਂ ਕਿਸੇ ਕੰਟਰੀ ਦੇ ਵਿੱਚ. It means that transactions concerning such item are not affected by the fact whether balance of payment of the country is favorable or unfavorable. ਜਦੋਂ ਵੀ ਆਪਣੀਆਂ ਜਿਹੜੀਆਂ ਟ੍ਰਾਂਜੈਕਸ਼ਨਸ ਉਦੋਂ ਆਪਾਂ ਕਰਨੀ ਆ ਉਦੋਂ ਕਹਿੰਦੇ ਆਪਣੇ ਚਾਹੇ ਉਹ ਫੇਵਰੇਬਲ ਹੋਣ ਚਾਹੇ ਅਨਫੇਵਰੇਬਲ ਹੋਣ ਉਹਨਾਂ 'ਤੇ ਕੋਈ ਇਫੈਕਟ ਨਹੀਂ ਪਏਗਾ. ਕਿਉਂਕਿ ਉਹ ਆਈਟਮਸ ਕੀ ਹੋਣਗੀਆਂ, ਇੰਡੀਪੈਂਡੈਂਟ ਹੋਣਗੀਆਂ. ਥਰਡ ਪੁਆਇੰਟ ਇਜ਼ ਆ the aim of transactions concerning such items not to establish a balance ਇਨ ਆ ਬੈਲੈਂਸ ਆਫ ਪੇਮੈਂਟ. ਉਹ ਕਹਿੰਦੇ ਇਹਨਾਂ ਦਾ ਮੇਨ ਏਮ ਕੀ ਹੋਊਗਾ, ਟ੍ਰਾਂਜੈਕਸ਼ਨ ਜਦੋਂ ਆਪਾਂ ਕਰਨੀ ਆ ਇਹ ਕੋਸ਼ਿਸ਼ ਨਹੀਂ ਕਰਨਗੇ ਵੀ ਆਪਾਂ ਬੈਲੈਂਸ ਨੂੰ ਜਿਹੜਾ ਆ ਆਫ ਪੇਮੈਂਟ ਦੇ ਵਿੱਚ ਆਪਾਂ ਬੈਲੈਂਸ ਕਰਨ ਦੀ ਕੋਸ਼ਿਸ਼ ਕਰਨੀ ਆ. ਆਟੋਨੋਮਸ ਆਈਟਮਸ ਨੂੰ ਆਪਾਂ ਹੋਰ ਕੀ ਅਨਦਰ ਨੇਮ ਦੇ ਨਾਲ ਜਾਣਦੇ ਆ, ਅਬਵ ਦ ਲਾਈਨ ਆਈਟਮਸ. ਇਹ ਬੈਲੈਂਸ ਵੀ ਹੋ ਸਕਦੀਆਂ ਬੈਲੈਂਸ ਆਫ ਪੇਮੈਂਟ ਦੇ ਵਿੱਚ ਇਹ ਕੀ ਹੋ ਸਕਦੀਆਂ, ਫੇਵਰੇਬਲ ਵੀ ਹੋ ਸਕਦੀਆਂ ਅਤੇ ਅਨਫੇਵਰੇਬਲ ਵੀ ਹੋ ਸਕਦੀਆਂ ਆ. ਸੈਕਿੰਡ ਵਨ ਅਕਮੋਡੇਟਿੰਗ ਆਈਟਮਸ. ਅਕਮੋਡੇਟਿੰਗ ਆਈਟਮਸ ਦੀ ਫਸਟ ਫੀਚਰ ਕੀ ਹੈ, ਇਹਨਾਂ ਦਾ ਕੋਈ objective ਨਹੀਂ ਹੋਏਗਾ, ਇਕਨੋਮਿਕ objective ਨਹੀਂ ਹੋਏਗਾ ਅਤੇ ਨਾ ਹੀ ਇਹਨਾਂ ਦਾ ਮੇਨ ਏਮ ਹੋਏਗਾ ਵੀ ਅਸੀਂ ਪ੍ਰੋਫਿਟ ਅਰਨ ਕਰਨਾ. ਸੈਕਿੰਡ ਵਨ ਆ ਟ੍ਰਾਂਜੈਕਸ਼ਨਸ ਕਿਹੜੀਆਂ ਇਹਦੇ ਵਿੱਚ ਕੈਰੀ ਕੀਤੀਆਂ ਜਾਂਦੀਆਂ ਆ, ਉਹ ਕੀ ਕੀਤੀਆਂ ਜਾਂਦੀਆਂ, ਇਹ ਕੋਸ਼ਿਸ਼ ਕਰਦੀਆਂ ਵੀ ਜਿਹੜਾ ਬੈਲੈਂਸ ਬਣਾ ਕੇ ਰੱਖਣਾ ਪਏ ਕੰਟਰੀ ਦੇ ਵਿੱਚ ਜਿਹਦੇ ਨਾਲ ਜਿਹੜੀਆਂ ਕਿ ਉਹ ਫੇਵਰੇਬਲ ਵੀ ਹੋਣਗੀਆਂ ਜਾਂ ਅਨਫੇਵਰੇਬਲ ਹੋਣਗੀਆਂ. ਥਰਡ ਦ ਏਮ ਆਫ ਦ ਟ੍ਰਾਂਜੈਕਸ਼ਨਸ ਕੰਸਰਨਿੰਗ ਸੱਚ ਆਈਟਮਸ ਇਜ਼ ਟੂ ਐਸਟੈਬਲਿਸ਼ ਆ ਬੈਲੈਂਸ ਇਨ ਬੈਲੈਂਸ ਆਫ ਪੇਮੈਂਟ. ਇਹਨਾਂ ਦਾ ਮੇਨ ਏਮ ਹੋਏਗਾ ਵੀ ਜਿਹੜਾ ਕਿ ਆਪਾਂ ਬੈਲੈਂਸ ਬਣਾਈ ਰੱਖਣਾ ਬੈਲੈਂਸ ਆਫ ਪੇਮੈਂਟ ਦੇ ਵਿੱਚ. ਇਹਨਾਂ ਨੂੰ ਆਪਾਂ ਬਿਲੋ ਦਾ ਲਾਈਨ ਆਈਟਮਸ ਕਹਿੰਦੇ ਆ. ਠੀਕ ਹੈ. ਨੈਕਸਟ ਹੈ ਆਪਣੇ ਕੋਲ is balance of payment always balanced. ਜੋ balance of payment in accounting sense and operational sense, ਇਹਨੂੰ ਦੋ ਸੈਂਸ ਦੇ ਵਿੱਚ ਆਪਾਂ ਪੜ੍ਹਨਾ ਆ. ਅਕਾਊਂਟਿੰਗ ਸੈਂਸ ਮੀਨਸ ਕਿ ਜਦੋਂ ਕਿ ਡਬਲ ਐਂਟਰੀ ਆ ਜਾਂਦੀ ਆ ਅਕਾਊਂਟਿੰਗ ਸਿਸਟਮ ਦੇ ਵਿੱਚ ਇਹਨੂੰ ਅਡੋਪਟ ਕਰਨਾ ਪੈਂਦਾ ਆ. ਬੈਲੈਂਸ ਆਫ ਪੇਮੈਂਟ ਨੂੰ ਇੱਕ ਅਕਾਊਂਟ ਬਣਾਉਣਾ ਪੈਂਦਾ ਆ. ਇਹਦੇ ਕਰਕੇ ਜਿਹੜਾ ਕਿ ਹਰੇਕ ਇੰਟਰਨੈਸ਼ਨਲ ਟ੍ਰਾਂਜੈਕਸ਼ਨਸ ਆ ਉਹ ਇਨਕਲੂਡ ਕੀਤੀ ਜਾਂਦੀ ਹੈ ਇਨ ਦ ਫਾਰਮ ਆਫ ਰਿਸਿਪਟ on one hand and other hand is a payment. As a receipt and payment are equal to each other is in balance of payment. ਆਪਾਂ ਇੱਕ ਸਾਈਡ 'ਤੇ ਡੈਬਿਟ ਲੈ ਲੈਂਦੇ ਹਾਂ, ਇੱਕ ਸਾਈਡ 'ਤੇ ਕ੍ਰੈਡਿਟ ਲੈ ਲੈਂਦੇ ਹਾਂ. ਦੋਨਾਂ ਦਾ ਜਿਹੜਾ ਟੋਟਲ ਆ ਜਦੋਂ ਇਕੁਅਲ ਆਉਂਦਾ ਆ ਉਹ ਆਪਣੇ ਕੋਲ ਕੀ ਬਣੇਗਾ, ਬੈਲੈਂਸ ਆਫ ਪੇਮੈਂਟ. ਇਹਦੀਆਂ ਦੋ ਕੰਡੀਸ਼ਨਸ ਆ. ਫਸਟ ਵਨ ਆ ਬੈਲੈਂਸ ਆਫ ਪੇਮੈਂਟ ਇਨ ਅਕਾਊਂਟਿੰਗ ਸੈਂਸ. ਬੈਲੈਂਸ ਆਫ ਪੇਮੈਂਟ ਕੀ ਆ, ਕਹਿੰਦੇ ਇਨ ਬੈਲੈਂਸ ਆਫ ਪੇਮੈਂਟ ਐਵਰੀ ਟ੍ਰਾਂਜੈਕਸ਼ਨ ਇਜ਼ ਐਂਟਰਡ ਟਵਾਈਜ਼ ਬਿਕੋਜ਼ ਡਬਲ ਐਂਟਰੀ ਅਕਾਊਂਟਿੰਗ ਸਿਸਟਮ ਇਜ਼ ਅਡੋਪਟਡ ਇਨ ਬੈਲੈਂਸ ਆਫ ਪੇਮੈਂਟ. ਕਹਿੰਦੇ ਹਰੇਕ ਜਿਹੜੀ ਟ੍ਰਾਂਜੈਕਸ਼ਨ ਨੂੰ ਆਪਾਂ ਦੋ ਵਾਰੀ ਪਾਉਂਦੇ ਹਾਂ ਕਿਉਂਕਿ ਇਹਦੇ ਵਿੱਚ ਆਪਾਂ ਡਬਲ ਐਂਟਰੀ ਅਕਾਊਂਟਿੰਗ ਸਿਸਟਮ ਅਡੋਪਟ ਕਰਦੇ ਹਾਂ. ਆਲਸੋ ਇਨ ਬੈਲੈਂਸ ਆਫ ਪੇਮੈਂਟ ਰਿਸਿਪਟ ਐਂਡ ਪੇਮੈਂਟ ਆਰ ਇਕੁਅਲ ਟੂ ਈਚ ਅਦਰ ਇਨ ਅਕਾਊਂਟਿੰਗ ਸੈਂਸ. ਇਹਦੇ ਵਿੱਚ ਜਿਹੜੀਆਂ ਰਿਸਿਪਟ ਐਂਡ ਪੇਮੈਂਟਸ ਆ ਉਹ ਦੋਨੋਂ ਆਪਸ ਵਿੱਚ ਇਕੁਅਲ ਹੋ ਜਾਂਦੀਆਂ, ਤਾਂ ਹੀ ਆਪਾਂ ਇਹਨੂੰ ਕੀ ਕਹਾਂਗੇ, ਬੈਲੈਂਸ ਆਫ payment in accounting sense. Second, a balance of payment in operational sense. It is not an essential that balance of payment is balanced in operational sense also. ਕਹਿੰਦੇ ਇਹਦੇ ਵਿੱਚ ਜ਼ਰੂਰੀ ਨਹੀਂ ਵੀ balance of payment ਹਮੇਸ਼ਾ ਹੀ ਜਿਹੜਾ ਆ balanced ਰਹੇ. In fact, balance of payment can be favorable or unfavorable. ਇਹ favorable ਵੀ ਹੋ ਸਕਦਾ ਤੇ unfavorable ਵੀ ਹੋ ਸਕਦਾ. ਕਿਹੜੇ ਬਿਹਾਫ 'ਤੇ ਹੋ ਸਕਦਾ difference between receipt and payments ਦੇ ਬਿਹਾਫ 'ਤੇ. Because balance of payment relate to transactions carried out by a country with the rest of the world sector, hence it becomes essential to balance it. ਕਹਿੰਦੇ ਕੀ ਆ
बैलेंस ऑफ पेमेंट आ जिहड़ा आ ਉਹ ਜਦੋਂ ਟ੍ਰਾਂਜੈਕਸ਼ਨਸ ਉਹਦੀਆਂ ਆਪਾਂ ਰਿਲੇਟ ਕਰਦੇ ਹਾਂ ਇੱਕ ਕੰਟਰੀ ਦੇ ਵਿੱਚ ਰੈਸਟ ਆਫ ਦਾ ਵਰਲਡ ਸੈਕਟਰ ਦੇ ਕਰਕੇ, ਠੀਕ ਹੈ, ਅਤੇ ਉਹਦੀਆਂ ਜਿਹੜੀਆਂ ਬੈਲੈਂਸ ਆ ਉਹਨੂੰ ਜ਼ਰੂਰੀ ਬਣਾਏ ਰੱਖਣ ਦੇ ਲਈ। ਇਨਫੈਕਟ ਨੋ ਕੰਟਰੀ ਕੈਨ ਰਿਫਿਊਜ਼ ਟੂ ਮੇਕ ਪੇਮੈਂਟ ਟੂ ਅਦਰ ਕੰਟਰੀ। ਕਹਿੰਦੇ ਕੋਈ ਵੀ ਇੱਦਾਂ ਦੀ ਕੋਈ ਵੀ ਕੰਟਰੀ ਇੱਦਾਂ ਨਹੀਂ ਕਹਿ ਸਕਦੀ ਵੀ ਮੈਂ ਇਹ ਜਿਹੜੀਆਂ ਸਿਪਸ ਆ ਸੌਰੀ ਪੇਮੈਂਟਸ ਮੈਂ ਨਹੀਂ ਦੇਣੀਆਂ ਦੂਸਰੀ ਕੰਟਰੀ ਨੂੰ। So it is essential to make international payment and this is possible only when there are equal receipts। ਕਹਿੰਦੇ ਤਾਂ ਹੀ ਹੋ ਸਕਦੀਆਂ ਇੰਟਰਨੈਸ਼ਨਲ ਪੇਮੈਂਟਸ ਜੋ ਦੋਨੋਂ ਆਪਸ ਵਿੱਚ ਇਕੁਅਲ ਹੋਣਗੀਆਂ। therefore receipts and payment need to be equal and if there is a current account deficit in the balance of payment in a country। ਜਦੋਂ ਕਹਿੰਦੇ receipts and payment ਇਕੁਅਲ ਹੋਣਗੀਆਂ ਕਰੰਟ ਅਕਾਊਂਟ 'ਤੇ ਉਹਨੂੰ ਆਪਾਂ ਉਹ ਕੀ ਹੋਣਗੀਆਂ ਡੈਫੀਸਿਟ ਹੋ ਜਾਣਗੀਆਂ ਬੈਲੈਂਸ ਆਫ ਪੇਮੈਂਟ ਦੇ ਵਿੱਚ। ਇਟ ਇਜ਼ ਬੈਲੈਂਸਡ ਬਾਈ ਮੇਕਿੰਗ ਸੂਟੇਬਲ ਚੇਂਜ ਇਨ ਕੈਪੀਟਲ ਅਕਾਊਂਟ। ਅਤੇ ਉਹਨਾਂ ਨੂੰ ਬੈਲੈਂਸ ਕਰਨ ਦੇ ਲਈ ਆਪਾਂ ਨੂੰ ਇੱਕ ਕੈਪੀਟਲ ਅਕਾਊਂਟ ਦੇ ਵਿੱਚ ਚੇਂਜ ਲੈ ਕੇ ਆਉਣਾ ਪਏਗਾ। ਵੈਨ ਐਵਰ ਦੇਅਰ ਇਜ਼ ਅ ਡੈਫੀਸਿਟ ਇਨ ਅ ਕਰੰਟ ਅਕਾਊਂਟ ਇਟ ਇਜ਼ ਬ੍ਰਿਜਡ ਬਾਈ ਸੇਵਿੰਗ ਕੈਪੀਟਲ ਅਕਾਊਂਟ। ਜਦੋਂ ਉਹਦੇ ਵਿੱਚ ਆਪਾਂ ਕਰੰਟ ਅਕਾਊਂਟ ਦੇ ਵਿੱਚ ਆਪਾਂ ਨੂੰ ਡੈਫੀਸਿਟ ਦਿਖਦਾ ਆ ਤਾਂ ਆਪਾਂ ਕੀ ਕਰਨਾ ਆ ਕੈਪੀਟਲ ਅਕਾਊਂਟ ਦੇ ਵਿੱਚ ਸੇਵ ਕਰਨ ਦੀ ਕੋਸ਼ਿਸ਼ ਕਰਨੀ ਆ। ਇਟ ਮੀਨਸ ਦੈਟ ਡਿਫਰੈਂਸ ਬਿਟਵੀਨ ਰਿਸਿਪਟ ਐਂਡ ਪੇਮੈਂਟ ਇਨ ਕਰੰਟ ਅਕਾਊਂਟ ਇਟ ਇਜ਼ ਬ੍ਰਿਜਡ ਥਰੂ ਸੂਟੇਬਲ ਐਡਜਸਟਮੈਂਟ ਇਨ ਕੈਪੀਟਲ ਅਕਾਊਂਟ। ਜਦੋਂ ਆਪਾਂ ਕੋਸ਼ਿਸ਼ ਕਰਨੀ ਆ ਵੀ ਜਿਹੜੀਆਂ ਰਿਸਿਪਟਸ ਐਂਡ ਪੇਮੈਂਟ ਦਾ ਜਿਹੜਾ ਡਿਫਰੈਂਸ ਆ ਕਰੰਟ ਅਕਾਊਂਟ 'ਤੇ ਇੱਕ ਬ੍ਰਿਜ ਦੀ ਤਰ੍ਹਾਂ ਬਣਿਆ ਰਹੇ ਤਾਂ ਉਹਦੇ ਵਿੱਚ ਆਪਾਂ ਨੂੰ ਕਿਹਾ ਐਡਜਸਟਮੈਂਟ ਕਰਨੀ ਪਏਗੀ ਕੈਪੀਟਲ ਅਕਾਊਂਟ ਦੇ ਵਿੱਚ। ਨੈਕਸਟ ਹੈ ਇੱਕ ਪ੍ਰੈਕਟੀਕਲ ਐਗਜ਼ਾਮਪਲ ਦੇ ਥਰੂ ਆਪਾਂ ਸਮਝਦੇ ਹਾਂ। ਆਪਣੇ ਕੋਲ ਕੀ ਆ ਆਪਾਂ ਲੈਫਟ ਹੈਂਡ ਸਾਈਡ 'ਤੇ ਕ੍ਰੈਡਿਟ ਲੈ ਲੈਂਦੇ ਹਾਂ, ਰਾਈਟ ਹੈਂਡ ਸਾਈਡ 'ਤੇ ਆਪਣੇ ਕੋਲ ਡੈਬਿਟ ਆ। ਐਕਸਪੋਰਟ ਆਫ ਗੁੱਡਸ 850 ਆ, ਐਕਸਪੋਰਟ ਆਫ ਸਰਵਿਸਿਜ਼ 450 ਆ, ਰਿਸਿਪਟ ਆਫ ਯੂਨੀਲੇਟਰਲ ਟ੍ਰਾਂਸਫਰਸ ਹੈਗੀਆਂ 400, ਕੈਪੀਟਲ ਰਿਸਿਪਟਸ ਕਿੰਨੀਆਂ ਆ 600। ਟੋਟਲ ਆਪਣੇ ਕੋਲ 2300 ਆ ਗਿਆ। ਡੈਬਿਟ ਕੀ ਆਪਣੇ ਕੋਲ ਇੰਪੋਰਟ ਆਫ ਗੁੱਡਸ 1200, ਇੰਪੋਰਟ ਆਫ ਸਰਵਿਸਿਜ਼ 350, ਪੇਮੈਂਟ ਆਫ ਯੂਨੀਲੇਟਰਲ ਟ੍ਰਾਂਸਫਰਸ ਹੈਗੀਆਂ ਆ 380, ਕੈਪੀਟਲ ਪੇਮੈਂਟ ਕਿੰਨੀ ਆ 370। ਟੋਟਲ ਪੇਮੈਂਟਸ ਆ। ਹੁਣ ਇਹਨਾਂ ਨੂੰ ਆਪਾਂ ਇਨ ਦਾ ਫਾਰਮ ਆਫ ਬੈਲੈਂਸ ਦੱਸਣਾ ਆ ਕਿਵੇਂ ਆ ਕਿਹੜੇ ਫਾਰਮ ਦੇ ਵਿੱਚ ਹੈਗੀਆਂ ਆ, ਅਨਫੇਵਰੇਬਲ ਆ ਜਾਂ ਫੇਵਰੇਬਲ ਆ। ਫਸਟਲੀ ਆਪਣੇ ਕੋਲ ਟੋਟਲ ਰਿਸਿਪਟਸ ਇਜ਼ ਇਕੁਅਲ ਟੂ ਟੋਟਲ ਪੇਮੈਂਟ। ਇਟ ਮੀਨਸ ਦੋਨੋਂ ਇਕੁਅਲ ਆ। ਇਹ ਕੀ ਆ ਬੈਲੈਂਸ ਆਫ ਪੇਮੈਂਟ ਇਜ਼ ਬੈਲੈਂਸਡ। ਫਸਟ ਆਪਾਂ ਕਰਨਾ ਆ ਫਾਰਮੂਲੇ ਜਿਹੜੇ ਆਪਾਂ ਕੀਤੇ ਸੀਗੇ ਬੈਲੈਂਸ ਆਫ ਟ੍ਰੇਡ। ਬੈਲੈਂਸ ਆਫ ਟ੍ਰੇਡ ਕੀ ਫਾਰਮੂਲਾ ਹੁੰਦਾ ਹੈ ਦ ਡਿਫਰੈਂਸ ਬਿਟਵੀਨ ਐਕਸਪੋਰਟ ਆਫ ਗੁੱਡਸ ਐਂਡ ਇੰਪੋਰਟ ਆਫ ਗੁੱਡਸ ਇਜ਼ ਕਾਲਡ ਆ ਬੈਲੈਂਸ ਆਫ ਟ੍ਰੇਡ। ਹੁਣ ਆਪਣੇ ਕੋਲ ਕਿੰਨਾ ਗਿਵਨ ਆ ਬੈਲੈਂਸ ਆਫ ਟ੍ਰੇਡ ਦੇ ਵਿੱਚ ਐਕਸਪੋਰਟ ਆਫ ਗੁੱਡਸ ਕਿੰਨਾ ਗਿਵਨ ਆ 850 ਐਂਡ ਇੰਪੋਰਟ ਆਫ ਗੁੱਡਸ ਕਿੰਨਾ 1200। ਜਦੋਂ ਆਪਾਂ ਦੋਨਾਂ ਨੂੰ ਮਾਈਨਸ ਕੀਤਾ ਆਪਣੇ ਕੋਲ ਕਿੰਨਾ ਆ ਗਿਆ -350। -350 ਕੀ ਆ ਆਪਣੇ ਕੋਲ ਡੈਫੀਸਿਟ ਆ ਮੀਨਸ ਘੱਟ ਗਿਆ। ਜਦੋਂ ਇਹ ਟਰਮ ਘੱਟ ਗਿਆ ਉਹ ਆਪਣੇ ਕੋਲ ਕੀ ਬਣ ਜਾਣੀ ਆ ਅਨਫੇਵਰੇਬਲ। ਸੈਕਿੰਡ ਆ ਬੈਲੈਂਸ ਆਫ ਪੇਮੈਂਟ ਔਨ ਕਰੰਟ ਅਕਾਊਂਟ। ਬੈਲੈਂਸ ਆਫ ਪੇਮੈਂਟ ਇਨ ਕਰੰਟ ਅਕਾਊਂਟ ਦੇ ਵਿੱਚ ਕੀ ਆ ਜਾਣਾ ਆਪਣੇ ਕੋਲ ਸਮ ਆਫ ਬੈਲੈਂਸ ਆਫ ਵਿਜ਼ੀਬਲ ਟ੍ਰੇਡ, ਬੈਲੈਂਸ ਆਫ ਇਨਵਿਜ਼ੀਬਲ ਟ੍ਰੇਡ ਐਂਡ ਯੂਨੀਲੇਟਰਲ। ਤਿੰਨੇ ਹੀ ਕੰਡੀਸ਼ਨਸ ਨੂੰ ਆਪਾਂ ਸ਼ੋਅ ਕਰਨਾ ਆ। ਇਹਦੇ ਵਿੱਚ ਪਹਿਲਾਂ ਆਪਾਂ ਕਰਨਾ ਬੈਲੈਂਸ ਆਫ ਪੇਮੈਂਟ ਔਨ ਕਰੰਟ ਅਕਾਊਂਟ। ਤਿੰਨੋਂ ਜਿਹੜੀਆਂ ਆਪਾਂ ਆਈਟਮਸ ਕੀਤੀਆਂ ਉਹਨਾਂ ਦਾ ਕੀ ਕਰ ਦੇਣਾ ਟੋਟਲ ਬੈਲੈਂਸ ਆਫ ਵਿਜ਼ੀਬਲ ਟ੍ਰੇਡ ਪਲੱਸ ਬੈਲੈਂਸ ਆਫ ਇਨਵਿਜ਼ੀਬਲ ਟ੍ਰੇਡ ਪਲੱਸ ਬੈਲੈਂਸ ਆਫ ਯੂਨੀਲੇਟਰਲ ਟ੍ਰੇਡ। नेक्स्ट बैलेंस ऑफ विजिबल ट्रेड की आ जाना एक्सपोर्ट ऑफ गुड्स माइनस इंपोर्ट ऑफ गुड्स अपने को -350 आ जाना। बैलेंस ऑफ इनविजिबल एक्सपोर्ट ऑफ सर्विसेज माइनस इंपोर्ट ऑफ सर्विसेज ये अपने को पॉजिटिव का 100 आ गया एंड यूनीलेटरल की आ जाना अपने को 20। तो ला आप तीनों आइटम्स नू ऐड कर देना वो अपने को आ गया -230। ये अपने को बैलेंस ऑफ पेमेंट ऑन करंट अकाउंट की आ डेफिसिट होया। क्यों डेफिसिट होया कि उदों होएगा जो अपने को अमाउंट की आऊगी नैगेटिव। तो किहड़ी फॉर्म दे विच आ जाना इन अनफेवरेबल। थर्ड पॉइंट है बैलेंस ऑफ पेमेंट ऑन कैपिटल अकाउंट। कैपिटल अकाउंट क्या बैलेंस ऑफ पेमेंट ऑन कैपिटल अकाउंट इज़ द डिफरेंस बिटवीन कैपिटल रिसिप्ट्स एंड कैपिटल पेमेंट। कैपिटल रिसिप्ट्स अपने को कितनियां सीगियां 600 एंड कैपिटल
ਰਿਸਿਪਟਸ ਹੈਗੀਆਂ 600, ਕੈਪੀਟਲ ਪੇਮੈਂਟ ਹੈਗੀ ਆ 370। ਇਹਨਾਂ ਨੂੰ ਜਦੋਂ ਆਪਾਂ ਮਾਈਨਸ ਕੀਤਾ ਆਪਣੇ ਕੋਲ ਕਿੰਨਾ ਆ ਜਾਣਾ 230। ਠੀਕ ਹੈ, ਇਹਦੇ ਇਟ ਮੀਨਸ ਇਹ ਆਪਣੇ ਕੋਲ ਕੀ ਆ ਉਹ ਡੈਫੀਸਿਟ ਸੀਗਾ, ਉਹ ਘਟ ਰਿਹਾ ਸੀ। ਇਹਦੇ ਵਿੱਚ ਕੀ ਆਣਾ ਆਪਣੇ ਕੋਲ ਸਰਪਲਸ ਪੋਜ਼ਿਟਿਵ ਆਇਆ, ਇਟ ਮੀਨਸ ਇਹ ਕੀ ਆ ਸਰਪਲਸ। ਇੱਥੇ ਆਪਣਾ ਜਿਹੜਾ ਕੈਪੀਟਲ ਅਕਾਊਂਟ ਆ ਉਹ ਕਿਹੜਾ ਆ ਗਿਆ ਨਾ ਫੇਵਰਲ। ओवरऑल बैलेंस ऑफ पेमेंट किया एज द surplus of the 230 crore on capital account compensate the deficit of the 230 crore on a current account. So overall balance of payment is always balanced. It means that the deficit on current account is generally bridged through the foreign debt taken under capital account. It must be noted here that the surplus worth 230 crore on capital account has accrued to the country in the form of the foreign debt. अपने कोल की आ बैलेंस ऑफ पेमेंट ऑन करंट अकाउंट कितना आया सीगा -230, बैलेंस ऑफ पेमेंट ऑन कैपिटल अकाउंट कितना आ गया 230। दोनों आपस में आए तो इक्वल आ 230 अब एक का अपने को आ गया अनफेवरेबल, एक का बन जाएगा फेवरेबल। ਜਦੋਂ ਹੁਣ ਆਪਾਂ ਓਵਰਆਲ ਕਰਨਾ ਹੈ ਉਹ ਕੀ ਆ ਜਾਣਾ ਆਪਣੇ ਕੋਲ ਟੋਟਲ ਰਿਸਿਪਟ ਮਾਈਨਸ ਟੋਟਲ ਪੇਮੈਂਟ। ਜਦੋਂ ਤੁਸੀਂ ਕਰਨਾ 230 ਮਾਈਨਸ 230 ਇਜ਼ ਇਕੁਅਲ ਟੂ 0। ਦੈਟਸ ਇਟ। ਕੱਲ ਕਰਾਂਗੇ ਪ੍ਰੈਕਟੀਕਲ ਐਗਜ਼ਾਮਪਲਸ ਰਿਲੇਟਡ ਟੂ ਬੈਲੈਂਸ ਆਫ ਪੇਮੈਂਟ ਜਿਹੜੀਆਂ ਕਿ ਤੁਹਾਨੂੰ ਐਗਜ਼ਾਮਸ ਦੇ ਵਿੱਚ ਆ ਸਕਦਾ 2 ਮਾਰਕਸ ਦੇ ਵਿੱਚ 3 ਮਾਰਕਸ ਦੇ ਵਿੱਚ, ਉਹ ਕੱਲ ਕਰਾਂਗੇ। ਥੈਂਕ ਯੂ ਟੂ ਆਲ।